ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 128 ਤੇ 129 ਤੇ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਬਾਣੀ ਗੁਰੂ ਅਮਰਦਾਸ ਜੀ ਦੀ ਚੱਲ ਰਹੀ ਹੈ ਅਸ਼ਟਪਦੀਆਂ ਦੇ ਵਿੱਚ ਤੇ ਰਾਗ ਮਾਝ ਵਿੱਚ। ਮਾਝ ਮਹੱਲਾ ਤੀਜਾ। ਮਨਮੁਖ ਪੜੈ ਪੰਡਤ ਕਹਾਵੈ, ਦੂਜੈ ਪਾਏ ਮਹਾ ਦੁਖ ਪਾਵੈ। ਵਿਖਿਆ ਮਾਤੇ ਕਿਛ ਸੂਝੈ ਨਾਹੀ, ਫਿਰ ਫਿਰ ਜੂਨੀ ਆਵਣਿਆ। ਹਉ ਵਾਰੀ ਜਿਉ ਵਾਰੀ, ਹਉਮੈ ਮਾਰ ਮਿਲਾਵਣਿਆ। ਗੁਰ ਸੇਵਾ ਤੇ ਹਰ ਮਨ ਵਸਿਆ, ਹਰ ਰਸ ਸਹਿਜ ਪੀਆਵਣਿਆ। ਰਹਾਓ। ਹਾਂਜੀ ਸੰਗਤ ਜੀ, ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਜੋ ਮਨਮੁਖ ਨੇ ਉਹ ਧਾਰਮਿਕ ਕਿਤਾਬਾਂ ਪੜ੍ਹਦੇ ਨੇ। ਸਿਰਫ ਪੜ੍ਹਦੇ ਨੇ ਕਿ ਇਹ ਹੋਵੇ ਕਿ ਹਾਂ ਅਸੀਂ ਧਾਰਮਿਕ ਕੋਈ ਕਰਮ ਕਰ ਰਹੇ ਹਾਂ, ਇਸ ਲਈ ਪੜ੍ਹਦੇ ਨੇ, ਪਰ ਇਸ ਲਈ ਨਹੀਂ ਕਿ ਉਹਨਾਂ ਦੇ ਮਨ ਅੰਦਰੋਂ ਵਾਹਿਗੁਰੂ ਦੇ ਪ੍ਰੇਮ ਵਿੱਚ ਭਿੱਜੇ ਹੋਏ ਨੇ। ਤੇ ਉਹ ਧਾਰਮਿਕ ਪੁਸਤਕਾਂ ਪੜ੍ਹਨ ਕਰਕੇ ਆਪਣੇ ਆਪ ਨੂੰ ਪੰਡਿਤ ਵੀ ਕਹਾਉਂਦੇ ਨੇ, ਪਰ ਉਹ ਕਿਉਂਕਿ ਦੂਜੇ ਮਾਇਆ ਦੇ ਪ੍ਰੇਮ ਵਿੱਚ ਲੱਗੇ ਹੋਏ ਨੇ ਤੇ ਇਸ ਕਰਕੇ ਫਿਰ ਬੜਾ ਦੁੱਖ ਪਾਉਂਦੇ ਨੇ। ਕਿਉਂਕਿ ਫਿਰ ਮਾਇਆ ਜਿਹੜੀ ਹੈਗੀ ਆ ਇਹਦੇ ਵਿੱਚ ਗੁਲਤਾਨ ਨੇ, ਫਿਰ ਉਹਨਾਂ ਨੂੰ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜਨ ਬਾਰੇ ਉਹਨਾਂ ਨੂੰ ਕੋਈ ਸੋਝੀ ਨਹੀਂ ਆਉਂਦੀ ਤੇ ਇਹਦੇ ਕਰਕੇ ਫਿਰ ਉਹ ਮੁੜ ਮੁੜ ਕੇ ਜਨਮ ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਨੇ। ਪਾਤਸ਼ਾਹ ਕਹਿੰਦੇ ਨੇ ਕਿ ਵੀ ਮੈਂ ਉਹਨਾਂ ਜੀਵਾਂ ਤੋਂ ਵਾਰੇ ਜਾਵਾਂ, ਮੇਰਾ ਜੀ ਉਹਨਾਂ ਤੋਂ ਸਦਕੇ ਜਾਏ ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਨੂੰ ਮਾਰ ਲਿਆ ਤੇ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜ ਗਏ ਨੇ। ਗੁਰ ਸੇਵਾ ਤੇ ਹਰ ਮਨ ਵਸਿਆ, ਹਰ ਰਸ ਸਹਿਜ ਪੀਆਵਣਿਆ। ਕਹਿੰਦੇ ਜੋ ਜੀਵ ਗੁਰੂ ਦੀ ਦੱਸੀ ਹੋਈ ਕਾਰ ਕਰਦੇ ਨੇ, ਵਾਹਿਗੁਰੂ ਜੀ ਦਾ ਨਾਮ ਸਿਮਰਦੇ ਨੇ, ਫਿਰ ਵਾਹਿਗੁਰੂ ਜੀ ਉਹਨਾਂ ਦੇ ਮਨ ਵਿੱਚ ਵਸ ਜਾਂਦੇ ਨੇ। ਫਿਰ ਉਹ ਬੜਾ ਆਤਮਿਕ ਅਡੋਲਤਾ ਵਿੱਚ ਟਿਕ ਕੇ ਹਰੀ ਦਾ ਨਾਮ ਰਸ ਦਾ ਸਵਾਦ ਚੱਖਦੇ ਨੇ। ਵੇਦ ਪੜ੍ਹੇ ਹਰ ਰਸ ਨਹੀਂ ਆਇਆ, ਵਾਦ ਵਖਾਣੈ ਮੋਹੇ ਮਾਇਆ। ਕਹਿੰਦੇ ਉਹ ਜਿਹੜੇ ਮਨਮੁਖ ਨੇ ਉਹ ਵੇਦ ਵਗੈਰਾ ਪੜ੍ਹਦੇ ਤਾਂ ਹੈ, ਧਾਰਮਿਕ ਪੁਸਤਕਾਂ, ਪਰ ਉਹਨਾਂ ਨੂੰ ਕੋਈ ਹਰੀ ਦੇ ਪ੍ਰੇਮ ਦਾ ਰਸ ਨਹੀਂ ਕਹਿੰਦੇ ਉਹਨਾਂ ਨੂੰ ਕੋਈ ਵੱਜਦਾ ਹੈਗਾ। ਉਹ ਸਿਰਫ ਮਾਇਆ ਦੇ ਮੋਹ ਵਿੱਚ ਹੀ ਜਾਂ ਕੋਈ ਹੋਰ ਬਹਿਸ ਵਗੈਰਾ 'ਚ ਹਿੱਸਾ ਲੈਣ ਲਈ ਇਹਦੇ ਕਰਕੇ ਮਤਲਬ ਉਹ ਧਾਰਮਿਕ ਪੁਸਤਕਾਂ ਪੜ੍ਹਦੇ ਨੇ ਤੇ ਵਿਖਾਣ ਕਰਦੇ ਨੇ। ਅਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰ ਗਾਵਣਿਆ। ਕਹਿੰਦੇ ਜਦੋਂ ਉਹ ਅਗਿਆਨਤਾ 'ਚ ਰਹਿੰਦੇ ਨੇ ਫਿਰ ਉਹ ਮਾਇਆ ਦੇ ਮੋਹ ਦੇ ਹਨੇਰੇ ਵਿੱਚ ਰਹਿੰਦੇ ਨੇ, ਪਰ ਜੋ ਜੀਵ ਗੁਰੂ ਦੀ ਸ਼ਰਨ ਪੈਂਦੇ ਨੇ ਉਹ ਇਸ ਚੀਜ਼ ਨੂੰ ਬੁੱਝ ਕੇ ਕਿ ਪਰਮਾਤਮਾ ਦਾ ਪ੍ਰੇਮ ਰੰਗ ਕੀ ਹੈ, ਫਿਰ ਉਹ ਵਾਹਿਗੁਰੂ ਜੀ ਦੇ ਗੁਣਾਂ ਦਾ ਗਾਇਨ ਕਰਦੇ ਰਹਿੰਦੇ ਨੇ। ਅਕਥੋ ਕਥੀਐ ਸ਼ਬਦ ਸੁਹਾਵੈ, ਗੁਰਮਤੀ ਮਨ ਸੱਚੋ ਪਾਵੈ। ਕਹਿੰਦੇ ਜੋ ਗੁਰੂ ਦੀ ਮੱਤ ਤੇ ਚੱਲਦੇ ਨੇ ਉਹਨਾਂ ਦੇ ਮਨ ਵਿੱਚ ਪਰਮਾਤਮਾ ਲਈ ਪਿਆਰ ਪੈਦਾ ਹੋ ਜਾਂਦਾ। ਉਹ ਹਮੇਸ਼ਾ ਵਾਹਿਗੁਰੂ ਜੀ ਦੀ ਨਾਮ ਸਿਮਰਨ ਕਰਦੇ ਨੇ, ਸਿਫਤ ਸਲਾਹ ਕਰਦੇ ਨੇ ਤੇ ਇਹਦੇ ਨਾਲ ਉਹਨਾਂ ਦੇ ਜੀਵਨ ਸੋਹਣੇ ਬਣ ਜਾਂਦੇ ਨੇ। ਸੱਚੋ ਸੱਚ ਰਵੈ ਦਿਨ ਰਾਤੀ, ਇਹ ਮਨ ਸੱਚ ਰੰਗਾਵਣਿਆ। ਉਹ ਕਹਿੰਦੇ ਦਿਨ ਰਾਤ ਪਰਮਾਤਮਾ ਦਾ ਸਿਮਰਨ ਕਰਦੇ ਨੇ ਤੇ ਉਹਨਾਂ ਦਾ ਮਨ ਪਰਮਾਤਮਾ ਦੇ ਪ੍ਰੇਮ ਵਿੱਚ ਰੰਗੇ ਰਹਿੰਦੇ ਨੇ। ਜੋ ਸੱਚ ਰਤੇ ਤਿਨ ਸੱਚੋ ਪਾਵੈ। ਜੋ ਕਹਿੰਦੇ ਵਾਹਿਗੁਰੂ ਜੀ ਦੇ ਪ੍ਰੇਮ ਵਿੱਚ ਰੰਗੇ ਹੁੰਦੇ ਨੇ ਉਹਨਾਂ ਨੂੰ ਵਾਹਿਗੁਰੂ ਜੀ ਦਾ ਪਿਆਰ ਪੈ ਜਾਂਦਾ।
ਆਪੇ ਦੇ ਨਾ ਪਛੋਤਾਵੈ। ਕਹਿੰਦੇ ਵਾਹਿਗੁਰੂ ਜੀ ਦੇ ਚਰਨਾਂ ਦੀ ਜਿਹੜੀ ਪ੍ਰੀਤ ਦੀ ਦਾਤ ਆ, ਉਹ ਵਾਹਿਗੁਰੂ ਜੀ ਉਹਨਾਂ ਨੂੰ ਦਿੰਦੇ ਨੇ ਤੇ ਪਛਤਾਉਂਦੇ ਨਹੀਂਗੇ ਇਹ ਦਾਤ ਦੇ ਕੇ ਉਹਨਾਂ ਨੂੰ। ਗੁਰ ਕੈ ਸ਼ਬਦ ਸਦਾ ਸੱਚ ਜਾਤਾ, ਮਿਲ ਸੱਚੇ ਸੁਖ ਪਾਵਣਿਆ। ਕਹਿੰਦੇ ਜੋ ਜੀਵ ਗੁਰੂ ਦੇ ਸ਼ਬਦ ਨਾਲ ਜੁੜਦੇ ਨੇ ਫਿਰ ਉਹ ਵਾਹਿਗੁਰੂ ਜੀ ਦੇ ਨਾਲ ਜਾਣ ਪਛਾਣ ਪਾ ਲੈਂਦੇ ਨੇ ਤੇ ਇਸ ਤਰ੍ਹਾਂ ਉਹਨਾਂ ਨੂੰ ਆਤਮਿਕ ਆਨੰਦ ਮਿਲਦਾ ਹੈ। ਕੂੜ ਕੁਸਤ ਤਿਨਾ ਮੈਲ ਨਾ ਲਾਗੈ, ਗੁਰ ਪ੍ਰਸਾਦੀ ਅਨ ਦਿਨ ਜਾਗੈ। ਨਿਰਮਲ ਨਾਮ ਵਸੈ ਘਟ ਪੀਤਰ, ਜੋਤੀ ਜੋਤ ਮਿਲਾਵਣਿਆ। ਕਹਿੰਦੇ ਜੋ ਵਾਹਿਗੁਰੂ ਜੀ ਦੇ ਰੰਗ ਵਿੱਚ ਰੰਗੇ ਹੁੰਦੇ ਨੇ ਉਹਨਾਂ ਨੂੰ ਝੂਠ ਦੀ, ਠੱਗੀ ਦੀ, ਵਿਕਾਰਾਂ ਦੀ ਮੈਲ ਨਹੀਂ ਲੱਗਦੀ। ਉਹ ਗੁਰੂ ਦੀ ਕਿਰਪਾ ਰਾਹੀਂ ਹਮੇਸ਼ਾ ਹੀ ਮਾਇਆ ਦੇ ਹੱਲਿਆਂ ਵੱਲੋਂ ਜਾਗਰਤ ਰਹਿੰਦੇ ਨੇ। ਪਰਮਾਤਮਾ ਜੀ ਜਿਹਦਾ ਨਾਮ ਪਵਿੱਤਰ ਆ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦੇ ਨੇ ਤੇ ਉਹ ਆਪਣੀ ਸੁਰਤ ਪਰਮਾਤਮਾ ਜੀ ਦੀ ਜੋਤ ਵਿੱਚ ਮਿਲਾਈ ਰੱਖਦੇ ਨੇ। ਤ੍ਰੈ ਗੁਣ ਪੜੈ ਹਰ ਤਤ ਨ ਜਾਣੈ, ਮੂਲੋਂ ਭੁੱਲੈ ਗੁਰ ਸ਼ਬਦ ਨਾ ਪਛਾਣੈ। ਕਹਿੰਦੇ ਦੂਜੇ ਪਾਸੇ ਜਿਹੜੇ ਜੀਵ ਸਿਰਫ ਤਿੰਨ ਗੁਣੀ ਜਿਹੜੀ ਮਾਇਆ ਹੈਗੀ ਆ ਉਹਦੇ ਬਾਰੇ ਵਿਚਾਰਾਂ ਕਰਦੇ ਨੇ ਪਰ ਜੀਵਨ ਦੀ ਅਸਲੀਅਤ ਨੂੰ ਨਹੀਂ ਸਮਝਦੇ, ਵਾਹਿਗੁਰੂ ਜੀ ਦੀ ਸਿਫਤ ਸਲਾਹ ਨਹੀਂ ਕਰਦੇ, ਗੁਰੂ ਦੇ ਸ਼ਬਦ ਦੇ ਨਾਲ ਸਾਂਝ ਨਹੀਂ ਪਾਉਂਦੇ, ਅਸਲੀਅਤ ਤੋਂ ਭੁੱਲੇ ਰਹਿੰਦੇ ਨੇ। ਉਹਨਾਂ ਨਾਲ ਫਿਰ ਕੀ ਹੁੰਦਾ? ਮੋਹ ਵਿਆਪੈ ਕਿਛ ਸੂਝੈ ਨਾਹੀ, ਗੁਰ ਸ਼ਬਦੀ ਹਰਿ ਪਾਵਣਿਆ। ਉਹ ਕਹਿੰਦੇ ਫਿਰ ਹਮੇਸ਼ਾ ਮਾਇਆ ਦੇ ਮੋਹ ਦੇ ਵਿੱਚ ਹੀ ਗਲਤਾਨ ਰਹਿੰਦੇ ਨੇ, ਫਿਰ ਉਹਨਾਂ ਨੂੰ ਕੋਈ ਅਸਲੀਅਤ ਨਹੀਂ ਸਮਝ ਲੱਗਦੀ। ਪਰ ਕਹਿੰਦੇ ਗੁਰੂ ਦੇ ਸ਼ਬਦ ਵਿੱਚ ਜੁੜਿਆ ਹੀ ਹਰੀ ਨੂੰ ਪਾ ਸਕੀਦਾ ਹੈ। ਵੇਦ ਪੁਕਾਰੇ ਤ੍ਰਿਬਿਧ ਮਾਇਆ, ਮਨ ਮੁਖ ਨਾ ਬੂਝੈ ਦੂਜੈ ਪਾਇਆ। ਤ੍ਰੈ ਗੁਣ ਪੜੈ ਹਰ ਏਕ ਨ ਜਾਣੈ, ਬਿਨ ਬੂਝੈ ਦੁਖ ਪਾਵਣਿਆ। ਕਹਿੰਦੇ ਵੇਦਾਂ ਦੇ ਵਿੱਚ ਵੀ ਮਾਇਆ ਦੇ 3 ਗੁਣਾਂ ਬਾਰੇ ਵਿਚਾਰ ਹੈ। ਜਿਹੜੇ ਮਨਮੁਖ ਨੇ ਕਹਿੰਦੇ ਵੀ ਉਹ ਮਾਇਆ ਦੇ ਪਿਆਰ ਵਿੱਚ ਗਲਤਾਨ ਹੋ ਕੇ ਇਹ ਸਮਝਦੇ ਨਹੀਂ ਹੈਗੇ ਕਿ ਵੀ ਇਹ 3 ਗੁਣਾਂ ਦੇ ਵਿੱਚ ਵਿਚਰਨਾ ਇਹ ਮਾਇਆ ਦਾ ਪਸਾਰਾ ਹੈ। ਇਹਨਾਂ ਤੋਂ ਉੱਪਰ ਉੱਠ ਕੇ ਹੀ ਵਾਹਿਗੁਰੂ ਜੀ ਨੂੰ ਮਿਲਿਆ ਜਾ ਸਕਦਾ ਹੈ। ਕਹਿੰਦੇ ਉਹ ਸਿਰਫ ਇਹ 3 ਗੁਣਾਂ ਬਾਰੇ ਰਜੋ ਸਤੋ ਤਮੋ ਇਹਨਾਂ ਬਾਰੇ ਪੜ੍ਹਦੇ ਨੇ, ਵਿਚਾਰਾਂ ਕਰਦੇ ਨੇ ਪਰ ਵਾਹਿਗੁਰੂ ਜੀ ਨਾਲ ਸਾਂਝ ਨਹੀਂ ਪਾਉਂਦੇ। ਪਰ ਇਸ ਸਾਂਝ ਤੋਂ ਬਿਨਾਂ ਵਾਹਿਗੁਰੂ ਜੀ ਦੀ ਨਾਲ ਫਿਰ ਉਹ ਹਮੇਸ਼ਾ ਦੁੱਖ ਪਾਉਂਦੇ ਨੇ। ਜਾ ਤਿਸ ਭਾਵੈ ਤਾਂ ਆਪ ਮਿਲਾਏ, ਗੁਰ ਸ਼ਬਦੀ ਸਹਿਸਾ ਦੁਖ ਚੁਕਾਏ। ਨਾਨਕ ਨਾਵੇ ਕੀ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣਿਆ। ਫਿਰ ਕਹਿੰਦੇ ਭਾਈ ਜੀਵਾਂ ਦੇ ਵੀ ਕੀ ਵਸ। ਕਹਿੰਦੇ ਜੇ ਪਰਮਾਤਮਾ ਨੂੰ ਕਹਿੰਦੇ ਭਾਵੇ ਚੰਗਾ ਲੱਗੇ ਤਾਂ ਉਹ ਕਿਸੇ ਜੀਵ ਨੂੰ ਆਪਣੇ ਨਾਲ ਮਿਲਾਉਂਦੇ ਨੇ। ਫਿਰ ਉਸ ਜੀਵ ਦਾ ਭਰਮ ਕਹਿੰਦੇ ਗੁਰੂ ਦੇ ਸ਼ਬਦ ਰਾਹੀਂ ਉਹਨੂੰ ਜੋੜ ਕੇ ਉਹਦਾ ਭਰਮ ਖਤਮ ਕਰਦੇ ਨੇ, ਉਹਦੇ ਦੁੱਖ ਖਤਮ ਕਰਦੇ ਨੇ। ਨਾਨਕ ਜੀ ਕਹਿੰਦੇ ਨੇ ਕਿ ਨਾਮ ਦੀ ਸੱਚੀ ਵਡਿਆਈ ਆ, ਜੋ ਨਾਮ ਨੂੰ ਮਨ ਵਿੱਚ ਵਸਾਉਂਦੇ ਨੇ ਵਾਹਿਗੁਰੂ ਜੀ ਦੇ ਨੂੰ, ਉਹੀ ਸੁੱਖ ਪਾਉਂਦੇ ਨੇ। ਮਾਝ ਮਹੱਲਾ ਤੀਜਾ। ਨਿਰਗੁਣ ਸਰਗੁਣ ਆਪੇ ਸੋਈ, ਤਤ ਪਛਾਣੈ ਸੋ ਪੰਡਿਤ ਹੋਈ। ਆਪ ਤਰੈ ਸਗਲੇ ਕੁਲ ਤਾਰੈ, ਹਰ ਨਾਮ ਮਨ ਵਸਾਵਣਿਆ। ਕਹਿੰਦੇ ਵਾਹਿਗੁਰੂ ਜੀ ਆਪ ਹੀ ਨਿਰਗੁਣ ਸਰੂਪ ਨੇ, ਆਪ ਹੀ ਕਹਿੰਦੇ ਸਰਗੁਣ ਸਰੂਪ ਨੇ। ਕਹਿੰਦੇ ਇਸ ਅਸਲੀਅਤ ਨੂੰ ਜੋ ਕੋਈ ਸਮਝ ਲੈਂਦਾ ਉਹੀ ਪੰਡਤ ਆ ਕਿ ਵਾਹਿਗੁਰੂ ਜੀ ਹਰ ਇੱਕ ਜਗ੍ਹਾ 'ਤੇ ਵਿਆਪਕ ਨੇ। ਉਹ ਜਗਤ ਦੇ ਵਿੱਚ ਨਿਰਗੁਣ ਰੂਪ ਵਿੱਚ ਨਿਰਲੇਪ ਨੇ,
ਸਰਗੁਣ ਰੂਪ ਦੇ ਵਿੱਚ ਜੀਵਾਂ ਦੇ ਵਿੱਚ ਵਿਆਪਕ ਹੋ ਕੇ ਸਭ ਭੋਗ ਭੋਗ ਰਹੇ ਨੇ। ਜੋ ਕੋਈ ਅਸਲੀਅਤ ਨੂੰ ਇਹਨੂੰ ਸਮਝਦਾ ਕਿ ਵਾਹਿਗੁਰੂ ਜੀ ਦਾ ਵਾਸਾ ਜਗਤ ਵਿੱਚ ਹੈ ਦੋਨਾਂ ਰੂਪਾਂ ਦੇ ਵਿੱਚ ਹੀ, ਉਹੀ ਕਹਿੰਦੇ ਪੰਡਤ ਹੈ। ਕਹਿੰਦੇ ਉਹ ਫਿਰ ਜੋ ਪੰਡਤ ਹੈ ਕਹਿੰਦੇ ਉਹ ਆਪ ਵੀ ਤਰ ਜਾਂਦਾ ਤੇ ਆਪਣੇ ਸਾਰੇ ਕੁੱਲਾਂ ਦਾ ਵੀ ਉਧਾਰ ਕਰ ਲੈਂਦਾ। ਕਿਸ ਤਰ੍ਹਾਂ? ਕਿਉਂਕਿ ਉਹ ਆਪਣੇ ਮਨ ਦੇ ਵਿੱਚ ਹਰੀ ਦੇ ਨਾਮ ਨਾਲ ਵਾਸਾ ਕਰ ਲੈਂਦਾ। ਹਉ ਵਾਰੀ ਜੀਓ ਵਾਰੀ, ਹਰ ਰਸ ਚਖ ਸਾਧ ਪਾਵਣਿਆ। ਹਰ ਰਸ ਚਾਖੈ ਸੇ ਜਨ ਨਿਰਮਲ, ਨਿਰਮਲ ਨਾਮ ਤੇ ਆਵਣਿਆ। ਰਹਾਓ। ਕਹਿੰਦੇ ਮੈਂ ਉਹਨਾਂ ਤੋਂ ਸਦਕੇ ਆ, ਕੁਰਬਾਨ ਆ, ਜਿਹੜੇ ਕਹਿੰਦੇ ਹਰੀ ਦੇ ਰਸ ਨੂੰ ਚੱਖ ਕੇ ਉਹਦੇ ਸਵਾਦ ਨੂੰ ਮਾਣਦੇ ਨੇ, ਆਨੰਦ 'ਚ ਰਹਿੰਦੇ ਨੇ। ਕਹਿੰਦੇ ਜਿਹੜੇ ਹਰੀ ਦੇ ਰਸ ਦਾ ਆਨੰਦ ਮਾਣਦੇ ਨੇ ਉਹ ਪਵਿੱਤਰ ਨੇ, ਉਹ ਵਾਹਿਗੁਰੂ ਜੀ ਦੇ ਪਵਿੱਤਰ ਨਾਮ ਨੂੰ ਧਿਆਉਂਦੇ ਨੇ ਹਮੇਸ਼ਾ। ਸੋ ਨਿਹ ਕਰਮੀ ਜੋ ਸ਼ਬਦ ਵਿਚਾਰੇ। ਕਹਿੰਦੇ ਜੋ ਵਾਹਿਗੁਰੂ ਜੀ ਦੇ ਸ਼ਬਦ ਦੀ ਵਿਚਾਰ ਕਰਦੇ ਨੇ ਉਹ ਕਹਿੰਦੇ ਫਿਰ ਵਾਸ਼ਨਾਵਾਂ ਤੋਂ ਕਹਿੰਦੇ ਅਲੇਪ ਹੋ ਜਾਂਦੇ ਨੇ, ਉਹਨਾਂ ਨੂੰ ਕੋਈ ਆਸ਼ਾ ਤ੍ਰਿਸ਼ਨਾ ਵਾਸ਼ਨਾ ਨਹੀਂ ਰਹਿੰਦੀਆਂ। ਅੰਤਰ ਤਤ ਗਿਆਨ ਹਉਮੈ ਮਾਰੇ। ਉਹਨਾਂ ਦੇ ਅੰਦਰ ਜੀਵਨ ਦੀ ਅਸਲੀਅਤ ਉਗੜ ਆਉਂਦੀ ਆ ਤੇ ਉਹ ਆਪਣੇ ਅੰਦਰੋਂ ਹਉਮੈ ਨੂੰ ਮਾਰ ਲੈਂਦੇ ਨੇ। ਨਾਮ ਪਦਾਰਥ ਨੌ ਨਿਧ ਪਾਏ, ਤ੍ਰੈ ਗੁਣ ਮੇਟ ਸਮਾਵਣਿਆ। ਕਹਿੰਦੇ ਉਹ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਂਦੇ ਨੇ। ਉਹ ਵਾਹਿਗੁਰੂ ਜੀ ਦੇ ਨਾਮ ਪਦਾਰਥ ਨੂੰ ਪਾ ਲੈਂਦੇ ਨੇ। ਜਿਹੜੇ ਨਾਮ ਪਦਾਰਥ ਨੂੰ ਪਾ ਲੈਂਦੇ ਨੇ ਉਹਨਾਂ ਲਈ ਇਸ ਤਰ੍ਹਾਂ ਹੈ ਕਿ ਸੰਸਾਰ ਦੇ 9 ਹੀ ਖਜ਼ਾਨੇ ਉਹਨਾਂ ਨੂੰ ਮਿਲ ਗਏ ਨੇ। ਹਉਮੈ ਕਰੈ ਨਿਹ ਕਰਮੀ ਨਾ ਹੋਵੈ, ਗੁਰ ਪ੍ਰਸਾਦੀ ਹਉਮੈ ਖੋਵੈ। ਅੰਤਰ ਵਿਵੇਕ ਸਦਾ ਆਪ ਵਿਚਾਰੇ, ਗੁਰ ਸਬਦੀ ਗੁਰ ਗੁਣ ਗਾਵਣਿਆ। ਕਹਿੰਦੇ ਜੋ ਕੋਈ ਹਉਮੈ ਕਰਦੇ ਨੇ ਜੀਵ, ਜਿਨ੍ਹਾਂ ਦੇ ਅੰਦਰ ਹਉਮੈ ਦਾ ਵਾਸਾ ਤੇ ਉਹ ਵਾਸ਼ਨਾਵਾਂ ਤੋਂ ਨਿਰਲੇਪ ਨਹੀਂ ਹੈਗੇ, ਕਹਿੰਦੇ ਕੋਈ ਜੇ ਗੁਰੂ ਦੀ ਕਿਰਪਾ ਹੁੰਦੀ ਆ ਫੇਰ ਹੀ ਉਹਨਾਂ ਦੀ ਹਉਮੈ ਖਤਮ ਹੁੰਦੀ ਆ। ਕਹਿੰਦੇ ਜਿਸ ਜੀਵ ਦੀ ਹਉਮੈ ਖਤਮ ਹੋ ਜਾਂਦੀ ਆ ਫਿਰ ਉਹਨਾਂ ਦੇ ਅੰਦਰ ਵਿਵੇਕ ਬੁੱਧੀ ਹੋ ਜਾਂਦੀ ਆ, ਉਹਨਾਂ ਨੂੰ ਚੰਗੇ ਤੇ ਮਾੜੇ ਦੀ ਪਰਖ ਹੋਣ ਲੱਗ ਜਾਂਦੀ ਆ। ਉਹ ਆਪਣਾ ਆਪਾ ਵਿਚਾਰਦੇ ਨੇ ਅੰਦਰੋਂ, ਆਪਣੇ ਹਮੇਸ਼ਾ ਆਪੇ ਨੂੰ ਆਪਣੇ ਨੂੰ ਪਰਖਦੇ ਰਹਿੰਦੇ ਨੇ ਤੇ ਗੁਰੂ ਦੇ ਸ਼ਬਦ ਦੇ ਨਾਲ ਉਹ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਰਹਿੰਦੇ ਨੇ। ਹਰ ਸਰ ਸਾਗਰ ਨਿਰਮਲ ਸੋਈ, ਸੰਤ ਚੁਗੈ ਨਿਤ ਗੁਰਮੁਖ ਹੋਈ। ਕਹਿੰਦੇ ਪਰਮਾਤਮਾ ਆਪ ਹੀ ਕਹਿੰਦੇ ਨਿਰਮਲ ਪਵਿੱਤਰ ਕਹਿੰਦੇ ਸਾਗਰ ਹੈ, ਪਵਿੱਤਰ ਤੀਰਥ ਹੈ, ਆਪ ਹੀ ਮਹਾਨ ਸਰੋਵਰ ਹੈ ਜਿਸ ਵਿੱਚ ਸੰਤ ਨੇ ਜਿਹੜੇ, ਪਰਮਹੰਸ ਨੇ ਜਿਹੜੇ, ਉਹ ਹਮੇਸ਼ਾ ਵਾਹਿਗੁਰੂ ਜੀ ਦੇ ਨਾਮ ਦੇ ਮੋਤੀ ਚੁਗਦੇ ਰਹਿੰਦੇ ਨੇ ਗੁਰੂ ਦੀ ਸ਼ਰਨ ਪੈ ਕੇ। ਇਸਨਾਨ ਕਰੈ ਸਦਾ ਦਿਨ ਰਾਤੀ, ਹਉਮੈ ਮੈਲ ਚੁਕਾਵਣਿਆ। ਫਿਰ ਉਹ ਕਹਿੰਦੇ ਵਾਹਿਗੁਰੂ ਜੀ ਜੋ ਮਾਨ ਸਰੋਵਰ ਨੇ ਉਹਦੇ ਵਿੱਚ ਵਾਹਿਗੁਰੂ ਜੀ ਦੇ ਨਾਮ ਦਾ ਇਸ਼ਨਾਨ ਕਰਦੇ ਰਹਿੰਦੇ ਨੇ ਦਿਨ ਰਾਤ ਤੇ ਆਪਣੀ ਹਉਮੈ ਨੂੰ ਖਤਮ ਕਰ ਲੈਂਦੇ ਨੇ। ਨਿਰਮਲ ਹੰਸਾ ਪ੍ਰੇਮ ਪਿਆਰ। ਕਹਿੰਦੇ ਵਾਹਿਗੁਰੂ ਜੀ ਨਿਰਮਲ ਨੇ, ਹੰਸ ਨੇ ਜਿਹੜੇ ਵਾਹਿਗੁਰੂ ਜੀ ਨੂੰ ਚਾਹੁਣ ਵਾਲੇ ਵਾਹਿਗੁਰੂ ਜੀ ਦੇ ਸੰਤ ਨੇ, ਵਾਹਿਗੁਰੂ ਜੀ ਦੇ ਚਰਨਾਂ ਦੇ ਜਿਹੜੇ ਭੌਰੇ ਨੇ, ਦੋਨਾਂ ਵਿੱਚ ਬੜਾ ਕਹਿੰਦੇ ਆਪਸੀ ਪਿਆਰ ਆ। ਹਰ ਸਰ ਵਸੈ ਹਉਮੈ ਮਾਰ। ਕਹਿੰਦੇ ਉਹ ਹਰੀ ਰੂਪੀ ਮਾਨ ਸਰੋਵਰ ਵਿੱਚ ਆਪਣੀ ਹਉਮੈ ਨੂੰ ਮਾਰ ਕੇ ਨਿਵਾਸ ਕਰਦੇ ਨੇ। ਅਹਨਸ ਪ੍ਰੀਤ ਸ਼ਬਦ ਸਾਚੈ, ਹਰ ਸਰ ਵਾਸਾ ਪਾਵਣਿਆ। ਕਹਿੰਦੇ ਉਹਨਾਂ ਦੀ ਪ੍ਰੀਤ ਸਦਾ ਸੱਚੇ ਦੇ ਸ਼ਬਦ ਦੇ ਨਾਲ ਬਣੀ ਰਹਿੰਦੀ ਆ ਤੇ ਉਹਨਾਂ ਦਾ ਨਿਵਾਸ ਹਰੀ ਦੇ ਵਿੱਚ, ਪਰਮਾਤਮਾ ਦੇ ਵਿੱਚ ਹੋਇਆ ਰਹਿੰਦਾ।
ਮਨ ਮੁਖ ਸਦਾ ਬਗ ਮੈਲਾ, ਹਉਮੈ ਮਲ ਲਾਈ। ਇਸਨਾਨ ਕਰੈ ਪਰ ਮੈਲ ਨਾ ਜਾਈ। ਕਹਿੰਦੇ ਦੂਸਰੇ ਪਾਸੇ ਜੋ ਮਨ ਦੇ ਪਿੱਛੇ ਚੱਲਣ ਵਾਲੇ ਨੇ ਉਹ ਬਗਲੇ ਵਾਂਗ ਨੇ। ਕਹਿੰਦੇ ਜਿਵੇਂ ਬਗਲਾ ਮੈਲਾ ਹੁੰਦਾ, ਉਹਦੇ ਮਨ ਦੀ ਮੈਲ ਨਹੀਂ ਖਤਮ ਹੁੰਦੀ, ਚਾਹੇ ਉਹ ਟਕੌਂਚ ਕਰਦਾ ਰਹਿੰਦਾ ਕਿ ਵੀ ਮੈਂ ਮੱਛੀਆਂ ਨੂੰ ਦਿਖਾਉਣਾ, ਮੈਂ ਫੜਦਾ ਨਹੀਂ ਪਰ ਫੜ ਲੈਂਦਾ। ਇਸ ਤਰ੍ਹਾਂ ਕਿ ਜਿਹੜੇ ਮਨਮੁਖ ਨੇ ਉਹਨਾਂ ਦੇ ਅੰਦਰੋਂ ਹਉਮੈ ਦੀ ਮੈਲ ਨਹੀਂ ਖਤਮ ਹੁੰਦੀ। ਕਹਿੰਦੇ ਉਹ ਕਹਿੰਦੇ ਇਸ਼ਨਾਨ ਤਾਂ ਕਰਦੇ ਨੇ ਪਰ ਉੱਪਰੋਂ ਉੱਪਰੋਂ ਕਰਦੇ ਨੇ, ਅੰਦਰਲਾ ਇਸ਼ਨਾਨ ਨਹੀਂ ਹੁੰਦਾ। ਅਤੇ ਫਿਰ ਉਹਨਾਂ ਦੇ ਕਹਿੰਦੇ ਜਿਹੜੀ ਮਨ ਦੀ ਮੈਲ ਆ ਉਹ ਖਤਮ ਨਹੀਂ ਹੁੰਦੀ ਹੈਗੀ। ਮਨ ਦੀ ਮੈਲ ਕਿਹਦੀ ਖਤਮ ਹੁੰਦੀ ਆ? ਕਹਿੰਦੇ ਜੀਵਤ ਮਰੈ ਗੁਰ ਸ਼ਬਦ ਵਿਚਾਰੈ, ਹਉਮੈ ਮੈਲ ਚੁਕਾਵਣਿਆ। ਜੋ ਕਹਿੰਦੇ ਜਿਉਂਦਿਆਂ ਜਿਉਂਦਿਆਂ ਆਪਣਾ ਅੰਦਰੋਂ ਆਪਾ ਮਾਰ ਲੈਂਦੇ ਨੇ, ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਨੇ, ਫਿਰ ਇਸ ਤਰ੍ਹਾਂ ਉਹ ਆਪਣੇ ਹਉਮੈ ਦੀ ਮੈਲ ਖਤਮ ਕਰ ਲੈਂਦੇ ਨੇ। ਰਤਨ ਪਦਾਰਥ ਘਰ ਤੇ ਪਾਇਆ, ਪੂਰੇ ਸਤਿਗੁਰ ਸ਼ਬਦ ਸੁਣਾਇਆ। ਕਹਿੰਦੇ ਜਦੋਂ ਉਹ ਅਭੁੱਲ ਗੁਰੂ ਦਾ ਸ਼ਬਦ ਸੁਣਦੇ ਨੇ, ਕਹਿੰਦੇ ਉਹ ਆਪਣੇ ਹਿਰਦੇ ਘਰ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਰੂਪੀ ਰਤਨ ਪਦਾਰਥ ਲੱਭ ਲੈਂਦੇ ਨੇ। ਗੁਰ ਪ੍ਰਸਾਦ ਮਿਟਿਆ ਅੰਧਿਆਰਾ, ਘਟ ਚਾਨਣ ਆਪ ਪਛਾਨਣਿਆ। ਕਹਿੰਦੇ ਗੁਰੂ ਦੀ ਕਿਰਪਾ ਨਾਲ ਉਹਨਾਂ ਦੇ ਅੰਦਰੋਂ ਜੋ ਮਾਇਆ ਦਾ ਹਉਮੈ ਦਾ ਹਨੇਰਾ ਹੁੰਦਾ ਉਹ ਖਤਮ ਹੋ ਜਾਂਦਾ, ਉਹਨਾਂ ਦੇ ਅੰਦਰ ਆਤਮਿਕ ਚਾਨਣ ਹੋ ਜਾਂਦਾ। ਫਿਰ ਉਸ ਆਤਮਿਕ ਚਾਨਣ ਦੇ ਵਿੱਚ ਉਹ ਆਪੇ ਦੀ ਪਛਾਣ ਕਰ ਲੈਂਦੇ ਨੇ। ਆਪ ਉਪਾਏ ਤੈ ਆਪੇ ਵੇਖੈ, ਸਤਿਗੁਰ ਸੇਵੈ ਸੋ ਜਨ ਲੇਖੈ। ਕਹਿੰਦੇ ਵਾਹਿਗੁਰੂ ਜੀ ਨੇ ਆਪ ਹੀ ਜੀਵ ਉਪਾਏ ਨੇ ਅਤੇ ਆਪ ਹੀ ਫਿਰ ਕਹਿੰਦੇ ਪੈਦਾ ਕੀਤੇ ਨੇ, ਆਪ ਹੀ ਫਿਰ ਕਹਿੰਦੇ ਉਹਨਾਂ ਦੀ ਸੰਭਾਲ ਕਰਦੇ ਨੇ। ਕਹਿੰਦੇ ਜੋ ਜੀਵ ਸਤਿਗੁਰ ਦੀ ਸ਼ਰਨ ਆਉਂਦੇ ਨੇ, ਕਹਿੰਦੇ ਉਹਨਾਂ ਦਾ ਜੀਵਨ ਕਬੂਲ ਪੈ ਜਾਂਦਾ, ਉਹਨਾਂ ਦਾ ਆਉਣਾ ਕਬੂਲ ਪੈ ਜਾਂਦਾ। ਨਾਨਕ ਨਾਮ ਵਸੈ ਘਟ ਅੰਤਰ, ਗੁਰ ਕਿਰਪਾ ਤੇ ਪਾਵਣਿਆ। ਨਾਨਕ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਦਾ ਨਾਮ ਵਸਦਾ ਤਾਂ ਹਰ ਇੱਕ ਘਟ ਦੇ ਵਿੱਚ ਆ, ਪਰ ਇਹ ਕਹਿੰਦੇ ਉੱਥੇ ਕਹਿੰਦੇ ਇਹ ਪ੍ਰਗਟ ਹੋ ਜਾਂਦਾ ਜਿੱਥੇ ਕਹਿੰਦੇ ਗੁਰੂ ਦੀ ਕਿਰਪਾ ਹੁੰਦੀ ਆ। ਗੁਰੂ ਦੀ ਕਿਰਪਾ ਹੁੰਦੀ ਆ, ਵਾਹਿਗੁਰੂ ਜੀ ਮਿਹਰ ਕਰਕੇ ਜੀਵ ਨੂੰ ਗੁਰੂ ਨਾਲ ਮਿਲਾਉਂਦੇ ਨੇ, ਗੁਰੂ ਤੋਂ ਨਾਮ ਮਿਲਦਾ, ਨਾਮ ਦੀ ਕਮਾਈ ਹੁੰਦੀ ਆ, ਫਿਰ ਰਹਿਮਤ ਹੋ ਜਾਂਦੀ ਆ। ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ। ਮਾਜ ਮਹੱਲਾ ਤੀਜਾ। ਮਾਇਆ ਮੋਹ ਜਗਤ ਸਬਾਇਆ, ਤ੍ਰੈ ਗੁਣ ਦੀਸੈ ਮੋਹੇ ਮਾਇਆ। ਕਹਿੰਦੇ ਜਿਹੜੀ ਇਹ ਮਾਇਆ ਦਾ ਮੋਹ ਆ ਸਾਰੇ ਜਗਤ ਵਿੱਚ ਹੀ ਪਸਰਿਆ ਹੋਇਆ। ਜਿਹੜੀ ਇਹ ਕਹਿੰਦੇ ਜਗਤ ਆ ਸਾਰਾ ਇਹ ਤਿੰਨਾਂ ਗੁਣਾਂ ਦੇ ਵਿੱਚ, ਮਾਇਆ ਦੇ ਤਿੰਨਾਂ ਗੁਣਾਂ ਦੇ ਵਿੱਚ ਹੀ ਮੋਹਿਆ ਹੋਇਆ, ਤਿੰਨਾਂ ਗੁਣਾਂ ਦੇ ਪ੍ਰਭਾਵ ਦੇ ਹੇਠਾਂ। ਜਿਹੜੇ ਉਹ ਰਜੋ ਸਤੋ ਤਮੋ ਤਿੰਨ ਗੁਣ ਨੇ ਨਾ ਮਾਇਆ ਦੇ, ਸਾਰੇ ਜੀਵ ਉਹਦੇ ਤੇ ਪ੍ਰਭਾਵ ਦੇ ਹੇਠਾਂ ਹੀ ਨੇ। ਗੁਰ ਪ੍ਰਸਾਦੀ ਕੋ ਬਿਰਲਾ ਬੂਝੈ, ਚੌਥੇ ਪਦ ਲਿਵ ਲਾਵਣਿਆ। ਫਿਰ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਕੋਈ ਵਿਰਲਾ ਜਿਹੜਾ ਇਹ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ ਚੌਥੇ ਪਦ ਵਿੱਚ ਪਹੁੰਚਦਾ, ਜਿੱਥੇ ਉਹਦੀ ਸੁਰਤ ਫਿਰ ਵਾਹਿਗੁਰੂ ਜੀ ਦੇ ਚਰਨਾਂ ਵੱਲ ਜੁੜਦੀ ਆ, ਨਾ ਕਿ ਇਹਨਾਂ ਮਾਇਆ ਦੇ ਤਿੰਨਾਂ ਗੁਣਾਂ ਵਿੱਚ ਉਹ ਪ੍ਰਭਾਵ ਉਹਦੇ 'ਤੇ ਪੈਂਦਾ। ਹਉ ਵਾਰੀ ਜੀਓ ਵਾਰੀ, ਮਾਇਆ ਮੋਹ ਸ਼ਬਦ ਜਲਾਵਣਿਆ। ਫਿਰ ਪਾਤਸ਼ਾਹ ਕਹਿੰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਆ, ਸਦਕੇ ਆ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਨਾਲ ਮਾਇਆ ਦਾ ਮੋਹ ਸਾੜ ਕੇ ਖਤਮ ਕਰ ਲਿਆ। ਮਾਇਆ ਮੋਹ ਜਲਾਏ, ਸੋ ਹਰਿ ਸਿਉ ਚਿਤ ਲਾਏ, ਹਰ ਦਰ ਮਹਿਲੀ ਸੋਭਾ ਪਾਵਣਿਆ। ਰਹਾਓ। ਕਹਿੰਦੇ ਵੀ ਜੋ ਜੀਵ ਕਹਿੰਦੇ ਮਾਇਆ ਦੇ ਮੋਹ ਨੂੰ ਖਤਮ ਕਰ ਲੈਂਦੇ ਨੇ, ਹਰੀ ਦੇ ਚਰਨਾਂ ਨਾਲ ਆਪਣਾ ਚਿੱਤ ਜੋੜ ਲੈਂਦੇ ਨੇ,
ਫਿਰ ਉਹ ਹਰੀ ਦੇ ਦਰ 'ਤੇ ਸੋਭਾ ਪਾਉਂਦੇ ਨੇ, ਪ੍ਰਵਾਨ ਚੜ੍ਹ ਜਾਂਦੇ ਨੇ। ਦੇਵੀ ਦੇਵਾ ਮੂਲ ਹੈ ਮਾਇਆ, ਸਿਮਰਤ ਸਾਸਤ ਜਿਨ ਉਪਾਇਆ। ਕਹਿੰਦੇ ਜੋ ਇਹ ਦੇਵੀ ਦੇਵਤਿਆਂ ਦੀ ਵੀ ਰਚਨਾ ਹੋਈ ਆ, ਇਹਦਾ ਵੀ ਕਹਿੰਦੇ ਕਾਰਨ ਮਾਇਆ ਹੀ ਹੈ। ਮਾਇਆ ਦੇ ਕਾਰਨ ਹੀ ਕਹਿੰਦੇ ਸਿਮਰਤੀਆਂ ਸ਼ਾਸਤਰ ਇਹ ਲਿਖੇ ਗਏ ਨੇ। ਇਹ ਸਭ ਕੁਝ ਕਹਿੰਦੇ ਮਾਇਆ ਦੇ ਪ੍ਰਭਾਵ ਹੇਠ ਹੀ ਹੋਇਆ। ਕਾਮ ਕ੍ਰੋਧ ਪਸਰਿਆ ਸੰਸਾਰੇ, ਆਏ ਜਾਏ ਦੁੱਖ ਪਾਵਣਿਆ। ਕਹਿੰਦੇ ਸੰਸਾਰ ਦੇ ਵਿੱਚ ਸਾਰੇ ਪਾਸੇ ਕਾਮ ਕ੍ਰੋਧ ਦਾ ਬੋਲਬਾਲਾ ਹੈ। ਫਿਰ ਇਹਨਾਂ ਵਿਕਾਰਾਂ ਵਿੱਚ ਪਏ ਹੋਏ ਜੀਵ ਫਿਰ ਕਹਿੰਦੇ ਜਨਮ ਮਰਨ ਦੇ ਦੁੱਖ ਵਿੱਚ ਪਏ ਰਹਿੰਦੇ ਨੇ। ਤਿਸ ਵਿੱਚ ਗਿਆਨ ਰਤਨ ਇੱਕ ਪਾਇਆ, ਗੁਰ ਪ੍ਰਸਾਦੀ ਮਨ ਵਸਾਇਆ। ਕਹਿੰਦੇ ਇਹਨਾਂ ਵਿਕਾਰਾਂ ਦੇ ਨਾਲ ਹੀ ਕਹਿੰਦੇ ਵਾਹਿਗੁਰੂ ਜੀ ਨੇ ਗਿਆਨ ਰਤਨ ਵੀ ਕਹਿੰਦੇ ਅੰਦਰ ਸਾਡੇ ਪਾਇਆ ਹੈ। ਪਰ ਇਹ ਗੁਰੂ ਦੀ ਕਿਰਪਾ ਦੇ ਨਾਲ ਹੀ ਕਿਸੇ ਦੇ ਮਨ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਵਸਦਾ ਹੈ। ਵਾਹਿਗੁਰੂ ਜੀ ਦੇ ਨਾਮ ਨੂੰ ਵੀ ਰਤਨ ਕਿਹਾ ਗਿਆ। ਜਤ ਸਤ ਸੰਜਮ ਸੱਚ ਕਮਾਵੈ, ਗੁਰ ਪੂਰੈ ਨਾਮ ਧਿਆਵਣਿਆ। ਕਹਿੰਦੇ ਜੋ ਗੁਰੂ ਪੂਰੇ ਅਭੁੱਲ ਗੁਰੂ ਦੀ ਸ਼ਰਨ ਵਿੱਚ ਆ ਕੇ ਵਾਹਿਗੁਰੂ ਜੀ ਦਾ ਨਾਮ ਧਿਆਉਂਦੇ ਨੇ, ਉਹ ਆਪਣੇ ਜੀਵਨ ਦੇ ਵਿੱਚ ਜਤੀ ਹੁੰਦੇ ਨੇ, ਸਤੀ ਹੁੰਦੇ ਨੇ, ਸੰਜਮ ਦੀ ਕਾਰ ਕਰਦੇ ਨੇ, ਸੱਚ ਦੀ ਕਾਰ ਕਰਦੇ ਨੇ। ਉਹਨਾਂ ਦੇ ਵਿੱਚ ਇਹ ਗੁਣ ਹੁੰਦੇ ਨੇ। ਪੇਯੜੇ ਤਨ ਪਰਮ ਪੁਲਾਣੀ, ਦੂਜੇ ਲਾਗੀ ਫਿਰ ਪਛੋਤਾਣੀ। ਹਲਤ ਪਲਤ ਦੋਵੈ ਗਾਵਾਏ, ਸੁਪਨੈ ਸੁਖ ਨ ਪਾਵਣਿਆ। ਕਹਿੰਦੇ ਜੋ ਜੀਵ ਇਸਤਰੀ ਇਸ ਲੋਕ ਵਿੱਚ ਮਾਇਆ ਦੇ ਭਰਮ ਦੇ ਵਿੱਚ ਵਿਕਾਰਾਂ ਵਿੱਚ ਭੁੱਲੀ ਰਹਿੰਦੀ ਆ, ਵਾਹਿਗੁਰੂ ਜੀ ਨੂੰ ਯਾਦ ਨਹੀਂ ਕਰਦੀ ਹੈਗੀ, ਮਾਇਆ ਦੇ ਮੋਹ ਵਿੱਚ ਲੱਗ ਕੇ ਆਪਣਾ ਜੀਵਨ ਕਹਿੰਦੇ ਬੇਅਰਥਾ ਗਵਾ ਲੈਂਦੀ ਆ, ਫਿਰ ਬਾਅਦ ਵਿੱਚ ਪਛਤਾਉਂਦੀ ਆ, ਫਿਰ ਕੁਛ ਨਹੀਂ ਬਣਦਾ। ਕਹਿੰਦੇ ਉਹਦਾ ਹਾਲਤ ਵੀ, ਲੋਕ ਵੀ, ਇਹ ਵਾਲਾ ਲੋਕ ਵੀ, ਪਰਲੋਕ ਅਗਲਾ ਲੋਕ ਵੀ, ਦੋਨੋਂ ਹੀ ਕਹਿੰਦੇ ਉਹਦੇ ਫਿਰ ਜਿੱਦਾਂ ਵਿਅਰਥ ਜਾਂਦੇ ਨੇ। ਇੱਥੇ ਨਹੀਂ ਸੁੱਖ ਪਾਇਆ, ਅੱਗੇ ਵੀ ਨਹੀਂ ਸੁੱਖ ਪਾਇਆ, ਕਿਉਂਕਿ ਨਾਮ ਦੀ ਕਮਾਈ ਨਹੀਂ ਕੀਤੀ। ਫਿਰ ਉਹਨੂੰ ਕਹਿੰਦੇ ਸੁੱਖ ਸੁਪਨੇ 'ਚ ਵੀ ਨਹੀਂ ਮਿਲਦਾ। ਅਸਲੀ ਸੁੱਖ ਦੀ ਤਾਂ ਗੱਲ ਹੀ ਛੱਡੋ। ਪੇਯੜੇ ਤਨ ਕੰਤ ਸਮਾਲੇ, ਗੁਰ ਪ੍ਰਸਾਦੀ ਵੇਖੈ ਨਾਲੇ। ਪਿਰ ਕੈ ਸਹਿਜ ਰਹੇ ਰੰਗ ਰਾਤੀ, ਸ਼ਬਦ ਸਿੰਗਾਰ ਬਣਾਵਣਿਆ। ਫਿਰ ਕਹਿੰਦੇ ਦੂਜੇ ਪਾਸੇ ਉਹ ਜੀਵ ਇਸਤਰੀ ਜੋ ਇਸ ਲੋਕ ਵਿੱਚ ਆਪਣੇ ਮਨੁੱਖਾ ਜਨਮ ਦੇ ਟਾਈਮ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਦੀ ਆ ਅਤੇ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਜੀ ਨੂੰ ਅੰਗ ਸੰਗ ਦੇਖਦੀ ਆ ਅਤੇ ਵਾਹਿਗੁਰੂ ਜੀ ਦੇ ਪ੍ਰੇਮ ਵਿੱਚ ਰੰਗੀ ਰਹਿੰਦੀ ਆ, ਵਾਹਿਗੁਰੂ ਜੀ ਦੇ ਸ਼ਬਦ ਨੂੰ ਗਾਉਂਦੀ ਆ, ਇਸ ਸ਼ਬਦ ਨੂੰ ਗਾ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਂਦੀ ਆ। ਸਫਲ ਜਨਮ ਜਿਨ੍ਹਾਂ ਸਤਿਗੁਰ ਪਾਇਆ, ਦੂਜਾ ਪਾਓ ਗੁਰ ਸ਼ਬਦ ਜਲਾਇਆ। ਕਹਿੰਦੇ ਉਹਨਾਂ ਦਾ ਜਨਮ ਸਫਲਾ ਕਹਿੰਦੇ ਜੀਵਾਂ ਦਾ, ਜਿਨ੍ਹਾਂ ਨੂੰ ਸਤਿਗੁਰ ਦਾ ਮਿਲਾਪ ਹੋ ਗਿਆ ਇਸ ਜੀਵਨ ਦੇ ਵਿੱਚ। ਫਿਰ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹਨਾਂ ਨੇ ਮਾਇਆ ਵਾਲਾ ਜਿਹੜਾ ਪਿਆਰ ਸੀ ਉਹ ਖਤਮ ਕਰ ਲਿਆ। ਏਕੋ ਰਬ ਰਹਿਆ ਘਟ ਅੰਤਰ, ਮਿਲ ਸਤ ਸੰਗਤ ਹਰ ਗੁਣ ਗਾਵਣਿਆ। ਫਿਰ ਕਹਿੰਦੇ ਜਦੋਂ ਉਹ ਸਤ ਸੰਗਤ ਦੇ ਵਿੱਚ ਮਿਲ ਕੇ ਹਰੀ ਦੇ ਗੁਣਾਂ ਨੂੰ ਗਾਉਂਦੇ ਨੇ, ਫਿਰ ਕਹਿੰਦੇ ਉਹ ਆਪਣੇ ਅੰਦਰ ਵਸਦੇ ਪਰਮਾਤਮਾ ਦੇ ਨਾਲ ਜਾਣ ਪਹਿਚਾਣ ਪਾ ਲੈਂਦੇ ਨੇ। ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਉਹ ਇੱਕ ਹਰੀ ਆ ਜਿਹੜਾ ਹਰ ਇੱਕ ਘਟ ਦੇ ਵਿੱਚ ਵਿਆਪਕ ਹੈ। ਸਤਿਗੁਰ ਨਾ ਸੇਵੈ ਸੋ ਕਾਹੇ ਆਇਆ, ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ। ਮਨ ਮੁਖ ਨਾਮ ਚਿਤ ਨ ਆਵੈ, ਬਿਨ ਨਾਵੈ ਬਹੁ ਦੁੱਖ ਪਾਵਣਿਆ। ਫਿਰ ਕਹਿੰਦੇ ਜੋ ਸਤਿਗੁਰ ਦੀ ਸੇਵਾ ਨਹੀਂ ਕਰਦੇ, ਜੋ ਸਤਿਗੁਰ ਦੀ ਦੱਸੀ ਕਾਰ ਨਹੀਂ ਕਮਾਉਂਦੇ। ਸਤਿਗੁਰ ਦੀ ਦੱਸੀ ਕਾਰ ਕੀ ਆ? ਵਾਹਿਗੁਰੂ ਜੀ ਦਾ ਨਾਮ ਸਿਮਰਨਾ, ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨੀ। ਕਹਿੰਦੇ ਜੋ ਇਹ ਕੰਮ ਨਹੀਂ ਕਰਦੇ ਉਹਨਾਂ ਦਾ ਸੰਸਾਰ 'ਤੇ ਆਉਣਾ ਕਹਿੰਦੇ ਕੋਈ ਕਿਸੇ ਕੰਮ ਦਾ ਨਹੀਂ, ਵੀ ਉਹ ਕਿਉਂ ਆਏ ਸੰਸਾਰ 'ਤੇ।
ਕਹਿੰਦੇ ਉਹਨਾਂ ਨੇ ਆਪਣਾ ਇੱਥੇ ਆ ਕੇ ਜਿਹੜਾ ਜਨਮ ਸੀ ਮਨੁੱਖਾ ਇਹਨੂੰ ਵਿਅਰਥ ਗਵਾ ਲਿਆ। ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਉਹਨਾਂ ਨੂੰ ਕਦੇ ਹਰੀ ਦਾ ਨਾਮ ਚਿੱਤ ਚੇਤੇ ਨਹੀਂ ਆਉਂਦਾ, ਤੇ ਫਿਰ ਇਹ ਬਿਨਾਂ ਨਾਮ ਤੋਂ ਫਿਰ ਕਹਿੰਦੇ ਉਹ ਬਹੁਤ ਦੁੱਖ ਪਾਉਂਦੇ ਨੇ। ਜਿਨ ਸਿਸਟ ਸਾਜੀ ਸੋਈ ਜਾਣੈ, ਆਪੇ ਮੇਲੈ ਸ਼ਬਦ ਪਛਾਣੈ। ਨਾਨਕ ਨਾਮ ਮਿਲਿਆ ਤਿਨ ਜਨ ਕੋ, ਜਿਨ ਤੁਰ ਮਸਤਕ ਲੇਖ ਲਿਖਾਵਣਿਆ। ਫਿਰ ਦੇਖ ਲਓ ਸਾਡੇ ਜੀਵਾਂ ਦੇ ਲਈ ਤਰਸ ਖਾਂਦੇ ਨੇ, ਫਿਰ ਰਜੋਈ ਕਰਦੇ ਨੇ। ਕਹਿੰਦੇ ਵੀ ਜਿਸ ਨੇ ਇਹ ਸ੍ਰਿਸ਼ਟੀ ਕਹਿੰਦੇ ਸਾਜੀ ਆ ਵਾਹਿਗੁਰੂ ਜੀ ਨੇ, ਕਹਿੰਦੇ ਉਹੀ ਆਪੇ ਹੀ ਜਾਣਦਾ ਆਪਣੀ ਰਜ਼ਾ ਨੂੰ। ਕਹਿੰਦੇ ਆਪੇ ਹੀ ਫਿਰ ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਜਾਣ ਪਛਾਣ ਪਵਾ ਕੇ ਜੀਵ ਦੀ ਆਪਣੇ ਨਾਲ ਜੀਵ ਨੂੰ ਕਹਿੰਦੇ ਮੇਲ ਲੈਂਦਾ। ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦੇ ਕਹਿੰਦੇ ਧੁਰ ਤੋਂ ਪਰਮਾਤਮਾ ਨੇ ਇਹ ਲੇਖ ਲਿਖੇ ਨੇ ਕਿ ਵੀ ਇਹਨਾਂ ਨੂੰ ਇਸ ਜਨਮ ਦੇ ਵਿੱਚ ਗੁਰੂ ਦਾ ਮਿਲਾਪ ਹੋਣਾ ਤੇ ਨਾਮ ਮਿਲਣਾ, ਉਹਨਾਂ ਨੂੰ ਹੀ ਨਾਮ ਮਿਲਦਾ। ਕਹਿੰਦੇ ਜੀਵ ਦੇ ਵੀ ਵਸ ਨਹੀਂ, ਉਹਨਾਂ ਦੇ ਧੁਰ ਕਰਮ ਹੀ ਇਸ ਤਰ੍ਹਾਂ ਦੇ ਲਿਖੇ ਗਏ ਨੇ ਜਿਨ੍ਹਾਂ ਦੇ ਕਰਮਾਂ 'ਚ ਲਿਖਿਆ ਕਿ ਨਾਮ ਮਿਲਣਾ, ਉਹਨਾਂ ਨੂੰ ਹੀ ਨਾਮ ਮਿਲਦਾ। ਪਰ ਵਾਹਿਗੁਰੂ ਜੀ ਆ ਸੰਗਤ ਜੀ, ਆਪਾਂ ਵਾਹਿਗੁਰੂ ਦੇ ਅੱਗੇ ਅਰਦਾਸ ਕਰਨੀ ਨਾ ਛੱਡੀਏ। ਜਿਹੜੇ ਸਾਡੇ ਪਿਛਲੇ ਕਰਮ ਨੇ ਉਹਨਾਂ ਨੂੰ ਮੇਟ ਸਕਦਾ ਵਾਹਿਗੁਰੂ ਜੀ। ਵਾਹਿਗੁਰੂ ਜੀ ਦਾ ਜਦੋਂ ਨਾਮ ਜਪਦੇ ਆ, ਉਹਦੀ ਸਿਫਤ ਸਲਾਹ ਕਰਦੇ ਆ, ਉਹਦੀ ਪ੍ਰਸੰਨਤਾ ਹਾਸਲ ਕਰਦੇ ਆ, ਉਹ ਸਾਡੇ ਪਿਛਲੇ ਕਰਮ ਵੀ ਮੇਟ ਸਕਦਾ। ਜੇ ਪਹਿਲਾਂ ਲੇਖ ਚੰਗਾ ਨਹੀਂ ਲਿਖਿਆ ਹੋਇਆ, ਉਹ ਉਸ ਲੇਖ ਨੂੰ ਵੀ ਬਦਲ ਸਕਦਾ। ਵਾਹਿਗੁਰੂ ਜੀ ਦੇ ਹੱਥ ਵਿੱਚ ਕਲਮ ਉੱਥੇ ਵੀ ਆ, ਕਲਮ ਇੱਥੇ ਵੀ ਆ। ਉਹ ਲੇਖ ਲਿਖਣ ਵਾਲਾ ਇੱਦਾਂ ਨਹੀਂ ਕਿ ਜੇ ਉੱਥੇ ਨਹੀਂ ਲਿਖੇ ਗਏ ਤਾਂ ਇੱਥੇ ਵੀ ਨਹੀਂ ਲਿਖ ਹੋਣਗੇ। ਉਹਦੀਆਂ ਰਹਿਮਤਾਂ ਨੂੰ ਕੋਈ ਜਾਣ ਨਹੀਂ ਸਕਦਾ, ਬਸ ਉਹਦਾ ਨਾਮ ਲੈਣਾ ਸ਼ੁਰੂ ਕਰ ਦਈਏ ਸੰਗਤ ਜੀ। ਹਾਂਜੀ ਸੰਗਤ ਜੀ, ਇੱਕ ਵਿਚਾਰ ਆਈ ਸੀ ਕਿ ਕਈ ਦਫਾ ਵਿਚਾਰ ਕਰਦਿਆਂ ਮੈਨੂੰ ਆਪਣੇ ਮਨ ਨੂੰ ਲੱਗਦਾ ਕਿ ਵੀ ਇਸ ਸ਼ਬਦ ਦੇ ਅਰਥ ਮੈਨੂੰ ਪਤਾ ਨਹੀਂ, ਹੋ ਸਕਦਾ ਮੇਰੇ ਤੋਂ ਉਸ ਸ਼ਬਦ ਦੇ ਅਰਥ ਨਾ ਕਹੇ ਜਾਂਦੇ ਹੋਣ। ਤਕਰੀਬਨ ਬਾਣੀ ਜਿਸ ਤਰ੍ਹਾਂ ਹੁਣ ਗੁਰੂ ਅਮਰਦਾਸ ਜੀ ਦੀ ਚੱਲ ਰਹੀ ਆ, ਕਾਫੀ ਉਹਨਾਂ ਨੇ ਆਪਣੇ ਜਿਸ ਤਰ੍ਹਾਂ ਸਮਝ ਵਿੱਚ ਆਉਣ ਵਾਲੀ ਬੜੀ ਸਰਲ ਮਤਲਬ ਸ਼ਬਦਾਵਲੀ ਵਰਤੀ ਹੈਗੀ ਆ। ਭਗਤ ਸਾਹਿਬਾਨ ਦੀ ਸ਼ਬਦਾਵਲੀ ਸ਼ਾਇਦ ਹੋਰ ਕਿਸੇ ਭਾਸ਼ਾ ਨੂੰ ਗੁਰਮੁਖੀ ਦੇ ਵਿੱਚ ਬਦਲਣ ਕਰਕੇ ਥੋੜ੍ਹੀ ਔਖੀ ਆਉਂਦੀ ਸਮਝ। ਤਕਰੀਬਨ ਗੁਰੂ ਸਾਹਿਬਾਨ ਦੀ ਬਾਣੀ ਬਹੁਤੀ ਜ਼ਿਆਦਾ ਗੁਰਮੁਖੀ ਦੇ ਵਿੱਚ ਹੋਣ ਕਰਕੇ ਸਰਲ ਸਮਝ ਆ ਜਾਂਦੀ ਆ। ਪਰ ਫਿਰ ਵੀ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦੀ ਹਾਂ ਕਿ ਤਕਰੀਬਨ ਜਿਸ ਸ਼ਬਦ ਦਾ ਮੈਨੂੰ ਲੱਗਦਾ ਕਿ ਅਰਥ ਹੋਣ ਦੀ ਲੋੜ ਆ ਕਰ ਦੇਵਾਂ, ਪਰ ਕਈ ਦਫਾ ਭੁੱਲ ਵੀ ਜਾਂਦੀ ਹਾਂ ਤਾਂ ਫਿਰ ਮੈਨੂੰ ਮੁਆਫ ਕਰਨਾ ਜੀ। ਹਾਂਜੀ ਸੰਗਤ ਜੀ, ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਗਲਤੀਆਂ, ਅਨੇਕਾਂ ਭੁੱਲਾਂ ਚੁੱਕਾਂ ਮੇਰੀਆਂ ਬਖਸ਼ ਦੇਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਗਲਤੀਆਂ ਆਪ ਦੀ ਇਸ ਅਣਜਾਣ ਬੱਚੀ ਦੀਆਂ ਬਖਸ਼ ਦਿਓ ਸਤਿਗੁਰੂ ਜੀ, ਅੱਗੇ ਤੋਂ ਸਮੱਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ, ਸੱਚੇ ਪਾਤਸ਼ਾਹ ਜੀ ਤੁਹਾਡਾ ਹੀ ਆਸਰਾ।